प्यारे विद्यार्थियों ਤੁਹਾਡਾ ਸਭ ਦਾ ਅੱਜ ਦੀ ਇਸ ਕਲਾਸ ਵਿੱਚ ਸਵਾਗਤ ਹੈ। ਸਾਡਾ ਅੱਜ ਦਾ ਲੈਕਚਰ 6ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੈ। ਤਾਂ ਅੱਜ ਅਸੀਂ 6ਵੀਂ ਕਲਾਸ ਦੇ ਚੈਪਟਰ ਅਨੁਪਾਤ ਅਤੇ ਸਮਾਨੁਪਾਤ ਰੇਸ਼ੋ ਅਤੇ ਪ੍ਰਪੋਰਸ਼ਨ ਚੈਪਟਰ ਵਿੱਚੋਂ ਪੜ੍ਹਾਂਗੇ। ਤਾਂ ਬੱਚਿਓ ਅੱਜ ਆਪਾਂ ਇਸ ਚੈਪਟਰ ਦੇ ਵਿੱਚੋਂ ਅਭਿਆਸ 12.1 ਦੇ ਸਵਾਲ ਹੱਲ ਕਰਾਂਗੇ। ਸਾਡਾ ਚੈਪਟਰ ਹੈ ਅਨੁਪਾਤ ਅਤੇ ਸਮਾਨੁਪਾਤ ਅਭਿਆਸ 12.1। ਤਾਂ ਇਸ ਅਭਿਆਸ ਦੇ ਵਿੱਚੋਂ ਅੱਜ ਅਸੀਂ ਇਸ ਲੈਕਚਰ ਵਿੱਚ ਸਵਾਲ ਹੱਲ ਕਰਾਂਗੇ। ਤਾਂ ਵਿਦਿਆਰਥੀ ਸਾਡੇ ਕੋਲ ਪਹਿਲਾ ਸਵਾਲ ਹੈ, ਇੱਕ ਜਮਾਤ ਵਿੱਚ 20 ਮੁੰਡੇ ਅਤੇ 15 ਕੁੜੀਆਂ ਹਨ, ਅਨੁਪਾਤ ਪਤਾ ਕਰੋ ਕੁੜੀਆਂ ਦੀ ਸੰਖਿਆ ਦਾ ਮੁੰਡਿਆਂ ਦੀ ਸੰਖਿਆ ਨਾਲ। 20 ਸਵਾਲ ਹੈ ਕੁੜੀਆਂ ਦੀ ਸੰਖਿਆ ਦਾ ਕੁੱਲ ਵਿਦਿਆਰਥੀਆਂ ਨਾਲ। ਤਾਂ ਬੱਚਿਓ ਇਸ ਪਹਿਲੇ ਸਵਾਲ ਦੇ ਅੱਗੇ ਸਾਡੇ ਕੋਲ ਦੋ ਪਾਰਟ ਹਨ, ਤਾਂ ਅਸੀਂ ਇਹ ਹੱਲ ਕਰਨੇ ਹਨ। ਤਾਂ ਸਾਡੇ ਕੋਲ ਦੇਖੋ ਪਹਿਲੇ ਸਵਾਲ ਤਾਂ ਹੈ ਕੁੜੀਆਂ ਦੀ ਸੰਖਿਆ ਦਾ ਮੁੰਡਿਆਂ ਦੀ ਸੰਖਿਆ ਨਾਲ। ਤਾਂ ਸਾਨੂੰ ਮੁੰਡੇ ਤੇ ਕੁੜੀਆਂ ਦੀ ਸੰਖਿਆ ਪਤਾ ਹੈ। ਜੋ ਸਾਡੇ ਕੋਲ ਦੂਸਰਾ ਸਵਾਲ ਹੈ ਦੇਖੋ ਉਹਦੇ ਵਿੱਚ ਕੀ ਹੈ, ਕੁੜੀਆਂ ਦੀ ਸੰਖਿਆ ਦਾ ਕੁੱਲ ਵਿਦਿਆਰਥੀਆਂ ਨਾਲ। ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜੇ ਕੁੱਲ ਵਿਦਿਆਰਥੀਆਂ ਦੀ ਗਿਣਤੀ ਆ ਜਮਾਤ ਦੇ ਵਿੱਚ ਬੱਚਿਓ ਆਪਾਂ ਉਹ ਪਤਾ ਕਰਦੇ ਹਾਂ। ਤਾਂ ਆਪਾਂ ਇਹਨਾਂ ਦੀ ਗਿਣਤੀ ਲਿਖ ਲੈਂਦੇ ਹਾਂ। ਮੁੰਡਿਆਂ ਦੀ ਗਿਣਤੀ, ਮੁੰਡਿਆਂ ਦੀ ਗਿਣਤੀ ਜਾਂ ਸੰਖਿਆ ਕਿੰਨੀ ਸਾਡੇ ਕੋਲ 20। ਕੁੜੀਆਂ ਦੀ ਸੰਖਿਆ ਉਹ ਸਾਡੇ ਕੋਲ ਹੈ 15। ਤਾਂ ਬੱਚੇ ਹੁਣ ਸਾਡੇ ਜੋ 20 ਸਵਾਲ ਆ ਉਹਦੇ ਵਿੱਚ ਸਾਨੂੰ ਚਾਹੀਦਾ ਕੁੱਲ ਵਿਦਿਆਰਥੀਆਂ ਦੀ ਸੰਖਿਆ। ਤਾਂ ਅਸੀਂ ਦੇਖਣਾ ਹੈ ਵੀ ਕਲਾਸ ਦੇ ਵਿੱਚ ਸਾਡੇ ਕੋਲੇ ਕੁੱਲ ਵਿਦਿਆਰਥੀ ਕਿੰਨੇ ਹਨ। ਦੇਖੋ ਸਾਡੇ ਕੋਲ ਕੁਝ ਮੁੰਡੇ ਹਨ, ਕੁਝ ਕੁੜੀਆਂ ਹਨ। ਤਾਂ ਦੋਨਾਂ ਦੀ ਗਿਣਤੀ ਜੋੜ ਕੇ ਸਾਡੇ ਕੋਲੇ ਕਲਾਸ ਦੇ ਵਿੱਚ ਜਮਾਤ ਵਿੱਚ ਕਿੰਨੇ ਵਿਦਿਆਰਥੀ ਹਨ ਉਹ ਗਿਣਤੀ ਸਾਨੂੰ ਪ੍ਰਾਪਤ ਹੋ ਜਾਵੇਗੀ। ਤਾਂ ਪਹਿਲਾਂ ਆਪਾਂ ਪਤਾ ਕਰਦੇ ਹਾਂ ਕੁੱਲ ਵਿਦਿਆਰਥੀ। ਕੁੱਲ ਵਿਦਿਆਰਥੀਆਂ ਦੀ ਸੰਖਿਆ। ਤਾਂ ਬੱਚੋ ਕਿੰਨੀ ਹੈ ਸਾਡੇ ਕੋਲ, ਦੇਖੋ ਸਾਡੇ ਕੋਲ 20 ਮੁੰਡੇ ਹਨ, ਮੁੰਡੇ ਜਮਾ ਕੁੜੀਆਂ ਦੀ ਸੰਖਿਆ। ਤਾਂ ਸਾਡੇ ਕੋਲ ਕਿੰਨੀ ਬਣ ਗਈ ਬੱਚਿਓ, ਜਦੋਂ 20 ਦੇ ਵਿੱਚ 15 ਜੋੜੇ ਸਾਡੇ ਕਿੰਨੇ ਆ ਗਏ 35। ਤਾਂ ਅਸੀਂ ਪਹਿਲਾਂ ਇਸ ਤਰ੍ਹਾਂ ਕੱਲੀ ਕੱਲੀ ਜਿਹੜੀ ਸੰਖਿਆ ਪਤਾ ਕਰ ਲਈ ਹੈ, ਮੁੰਡਿਆਂ ਦੀ ਸੰਖਿਆ, ਕੁੜੀਆਂ ਦੀ ਸੰਖਿਆ ਤੇ ਕੁੱਲ ਵਿਦਿਆਰਥੀਆਂ ਦੀ ਸੰਖਿਆ। ਤਾਂ ਹੁਣ ਬੱਚਿਓ ਜੋ ਅਸੀਂ ਸਵਾਲ ਹੱਲ ਕਰਨੇ ਹਨ ਉਹਨਾਂ ਨੂੰ ਆਪਾਂ ਹੱਲ ਕਰਦੇ ਹਾਂ। ਪਹਿਲਾ ਸਾਡੇ ਕੋਲ ਹੈ A ਸਵਾਲ। ਤਾਂ ਬੱਚਿਓ A ਸਵਾਲ ਦੇ ਵਿੱਚ ਕੀ ਹੈ, ਅਸੀਂ ਕੁੜੀਆਂ ਦੀ ਸੰਖਿਆ ਦਾ ਮੁੰਡਿਆਂ ਦੀ ਸੰਖਿਆ ਨਾਲ ਅਨੁਪਾਤ ਪਤਾ ਕਰਨਾ ਹੈ। ਤਾਂ ਆਪਾਂ ਲਿਖਦੇ ਹਾਂ ਕੁੜੀਆਂ ਦੀ ਸੰਖਿਆ ਦਾ ਮੁੰਡਿਆਂ ਦੀ ਸੰਖਿਆ ਨਾਲ ਅਨੁਪਾਤ। ਬੱਚੋ ਅਸੀਂ ਅਨੁਪਾਤ ਪਤਾ ਕਰਨਾ ਹੈ। ਤਾਂ ਹੁਣ ਦੇਖੋ ਅਸੀਂ ਪਹਿਲਾਂ ਸਿੱਖਿਆ ਹੈ ਵੀ ਜੋ ਅਨੁਪਾਤ ਅਸੀਂ ਕਿਸ ਤਰ੍ਹਾਂ ਪਤਾ ਕਰਦੇ ਹਾਂ। ਜੋ ਸਾਡੇ ਕੋਲ ਪਹਿਲਾਂ ਲਿਖਿਆ ਹੈ, ਜਿਵੇਂ ਕੁੜੀਆਂ ਦੀ ਸੰਖਿਆ ਪਹਿਲਾਂ ਲਿਖੀ ਹੈ, ਤਾਂ ਅਸੀਂ ਇਹਦੇ ਵਿੱਚ ਕੁੜੀਆਂ ਦੀ ਸੰਖਿਆ ਪਹਿਲਾਂ ਲਿਖਣੀ ਹੈ। ਤਾਂ ਸਾਡੇ ਕੋਲ ਕੁੜੀਆਂ ਦੀ ਸੰਖਿਆ ਕਿੰਨੀ ਹੈ 15। ਬੱਚੋ ਸਾਨੂੰ ਪਤਾ ਵੀ ਅਸੀਂ ਅਨੁਪਾਤ ਨੂੰ ਕਿਸ ਚਿੰਨ੍ਹ ਲਿਖ ਦਿਆਂਗੇ, ਇਸ ਚਿੰਨ੍ਹ ਨਾਲ ਲਿਖਦੇ ਹਾਂ ਆਪਾਂ ਵੀ ਜਿਹੜਾ ਸਾਡੇ ਕੋਲ ਅਨੁਪਾਤ ਹੈ ਅਸੀਂ ਉਹਦੇ ਵਾਸਤੇ ਕਿਹੜੇ ਚਿੰਨ੍ਹ ਦੀ ਵਰਤੋਂ ਕਰਦੇ ਹਾਂ, ਇਸ ਚਿੰਨ੍ਹ ਦੀ। ਤਾਂ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ ਦੋ ਬਿੰਦੀ ਦੀ। ਤਾਂ ਇਸ ਤਰ੍ਹਾਂ ਬੱਚਿਓ ਇਹ ਸਾਡੇ ਕੋਲ ਅਨੁਪਾਤ ਦਾ ਚਿੰਨ੍ਹ ਹੁੰਦਾ ਹੈ। ਤਾਂ ਉਸ ਤੋਂ ਬਾਅਦ ਦੇਖੋ ਮੁੰਡਿਆਂ ਦੀ ਸੰਖਿਆ, ਮੁੰਡਿਆਂ ਦੀ ਸੰਖਿਆ ਸਾਡੇ ਕਿੰਨੀ ਆ 20। ਤਾਂ ਅਸੀਂ ਲਿਖ ਲਿਆ ਇਸ ਨੂੰ 20। ਤਾਂ ਹੁਣ ਅਸੀਂ ਕੀ ਕਰਨਾ ਬੱਚਿਓ, ਇਸ ਨੂੰ ਅਸੀਂ ਭਿੰਨ ਦੇ ਰੂਪ ਵਿੱਚ ਲਿਖ ਲਿਆ ਹੈ, ਕਿਉਂਕਿ ਅਸੀਂ ਇਸ ਨੂੰ ਸਰਲ ਕਰਨਾ ਹੁੰਦਾ ਹੈ। ਮਤਲਬ ਜੋ ਅੰਸ਼ ਅਤੇ ਹਰ ਸਾਡੇ ਕੋਲ ਸੰਖਿਆਵਾਂ ਹਨ, ਉੱਪਰ ਵਾਲਾ ਭਾਗ ਸਾਡੇ ਕੋਲ ਅੰਸ਼ ਹੈ, ਨੀਚੇ ਵਾਲਾ ਭਾਗ ਹਰ ਹੈ। ਤਾਂ ਅਸੀਂ ਦੇਖਣਾ ਵੀ ਅੰਸ਼ ਤੇ ਹਰ ਦੇ ਵਿੱਚ ਕੋਈ ਸੰਖਿਆ ਸਾਂਝੀ ਹੈ, ਯਾਨੀ ਕਿ ਇਹਨਾਂ ਵਿੱਚ ਇਹੋ ਜਿਹੀ ਕਿਹੜੀ ਸੰਖਿਆ ਹੈ ਜੋ ਦੋਨਾਂ ਨੂੰ ਭਾਗ ਕਰਦੀ ਹੈ। ਤਾਂ ਅਸੀਂ ਦੇਖਿਆ 15 ਨੂੰ ਵੀ ਸੰਖਿਆ ਜਿਹੜੀ 5 ਭਾਗ ਕਰਦੀ ਹੈ, ਅਤੇ ਜਿਹੜੀ 5 ਸੰਖਿਆ ਉਹ 20 ਨੂੰ ਵੀ ਭਾਗ ਕਰਦੀ ਹੈ। ਜਿਹੜੇ ਅੰਸ਼ ਅਤੇ ਹਰ ਦੋਨਾਂ ਸੰਖਿਆਵਾਂ ਨੂੰ ਭਾਗ ਕਰ ਅਸੀਂ ਉਸ ਸੰਖਿਆ ਨਾਲ ਦੋਨਾਂ ਸੰਖਿਆਵਾਂ ਨੂੰ ਜਿਹੜਾ ਭਾਗ ਉਹ ਕਰਨਾ ਹੈ। ਤਾਂ ਸਾਨੂੰ ਪਤਾ ਹੈ ਜਦੋਂ 15 ਨੂੰ 5 ਨਾਲ ਭਾਗ ਕਰਾਂਗੇ ਬੱਚੋ ਕਿੰਨਾ ਆ ਜਾਵੇਗਾ 3।
ਜਦੋਂ 20 ਨੂੰ 5 ਨਾਲ ਭਾਗ ਕਰਾਂਗੇ ਕਿੰਨਾ ਆ ਜਾਵੇਗਾ 4। ਤਾਂ ਇਹ ਸਾਨੂੰ ਜਿਹੜਾ ਭਾਗ ਆ ਤੁਸੀਂ ਉਹ ਕਰ ਲੈਂਦੇ ਹੋ। ਤਾਂ ਇਸ ਤਰ੍ਹਾਂ ਸਾਡੇ ਕੋਲ ਦੇਖੋ 3 ਅਤੇ 4 ਆ ਗਿਆ। ਤਾਂ ਆਪਾਂ ਇਸ ਨੂੰ ਲਿਖ ਸਕਦੇ ਹਾਂ 3:4। ਤਾਂ ਇਸ ਤਰ੍ਹਾਂ ਬੱਚਿਓ ਸਾਡੇ ਕੋਲ ਜੋ ਪਹਿਲਾ ਸਵਾਲ ਹੈ ਇਹ ਸਵਾਲ ਹੈ ਕੁੜੀਆਂ ਦੀ ਸੰਖਿਆ ਦਾ ਮੁੰਡਿਆਂ ਦੀ ਸੰਖਿਆ ਨਾਲ ਅਨੁਪਾਤ, ਉਹ ਸਾਡੇ ਕੋਲ ਕਿੰਨਾ ਆ ਗਿਆ 3:4। ਤਾਂ ਹੁਣ ਬੱਚਿਓ ਆਪਣਾ 20 ਸਵਾਲ ਜਿਹੜਾ ਹੈਗਾ ਉਹ ਹੱਲ ਕਰਦੇ ਹਾਂ। ਸਾਡੇ ਕੋਲ 20 ਸਵਾਲ ਦੇ ਵਿੱਚ ਹੈ ਕੁੜੀਆਂ ਦੀ ਸੰਖਿਆ ਦਾ ਕੁੱਲ ਵਿਦਿਆਰਥੀਆਂ ਨਾਲ ਅਨੁਪਾਤ। ਤਾਂ ਪਹਿਲਾਂ ਆਪਾਂ ਲਿਖਣਾ ਹੈ ਕੁੜੀਆਂ ਦੀ ਸੰਖਿਆ ਦਾ ਕੁੱਲ ਵਿਦਿਆਰਥੀਆਂ ਨਾਲ ਅਨੁਪਾਤ। ਤਾਂ ਬੱਚੋ ਪਹਿਲਾਂ ਕਿਹੜੀ ਗੱਲ ਸਾਡੀ ਵਾਰੀ ਆ ਕੁੜੀਆਂ। ਤਾਂ ਪਹਿਲਾਂ ਕਿਹੜੀ ਸੰਖਿਆ ਲਿਖਣੀ ਹੈ ਕੁੜੀਆਂ ਦੀ ਸੰਖਿਆ ਲਿਖਣੀ ਹੈ। ਤਾਂ ਉਹ ਸਾਨੂੰ ਪਤਾ ਹੈ ਕਿੰਨੀ ਹੈ 15। ਫਿਰ ਅਸੀਂ ਅਨੁਪਾਤ ਵਾਲੇ ਚਿੰਨ੍ਹ ਦੀ ਵਰਤੋਂ ਕੀਤੀ। ਉਸ ਤੋਂ ਬਾਅਦ ਕੀ ਹੈ ਕੁੱਲ ਵਿਦਿਆਰਥੀਆਂ ਦੀ ਸੰਖਿਆ। ਕੁੱਲ ਵਿਦਿਆਰਥੀਆਂ ਦੀ ਸੰਖਿਆ ਕਿੰਨੀ ਸਾਡੇ ਕੋਲ ਅਸੀਂ ਬੱਚੇ ਪਤਾ ਕੀਤੀ ਹੈ ਕਿੰਨੀ ਸਾਡੇ ਕੋਲ 35। ਤਾਂ ਇਸ ਨੂੰ ਆਪਾਂ 35 ਲਿਖ ਲੈਣਾ ਹੈ। ਉਸ ਤੋਂ ਬਾਅਦ ਅਸੀਂ ਇਸ ਨੂੰ ਭਿੰਨ ਦੇ ਰੂਪ ਵਿੱਚ ਲਿਖਿਆ 15/35। ਤਾਂ ਫਿਰ ਬੱਚੋ ਅਸੀਂ ਸਵਾਲ ਨੂੰ ਸਰਲ ਕਰਨਾ ਹੈ। ਤਾਂ ਅਸੀਂ ਦੇਖਣਾ ਹੈ ਵੀ ਅੰਸ਼ ਵਾਲੀ ਸੰਖਿਆ ਤੋਂ ਹਰ ਵਾਲੀ ਸੰਖਿਆ ਵਿੱਚ ਕਿਹੜੀ ਸੰਖਿਆ ਇਹਨਾਂ ਦੋਨਾਂ ਨੂੰ ਭਾਗ ਕਰਦੀ ਹੈ। ਜੇ ਆਪਾਂ ਐ ਕਹਿ ਲਈਏ ਵੀ ਦੋਨੇ ਸੰਖਿਆਵਾਂ ਕਿਹੜੇ ਪਹਾੜੇ 'ਤੇ ਆਉਂਦੀਆਂ ਹਨ, ਦੋਨੇ ਸੰਖਿਆਵਾਂ ਕਿਸ ਟੇਬਲ 'ਤੇ ਆਉਂਦੀਆਂ ਹਨ, ਯਾਨੀ ਕਿ ਕਿਹੜੀ ਸੰਖਿਆ ਦੇ ਟੇਬਲ 'ਤੇ ਆਉਂਦੀਆਂ ਹਨ, ਕਿਹੜੀ ਸੰਖਿਆ ਦੇ ਪਹਾੜੇ ਵਿੱਚ ਆਉਂਦੀਆਂ ਹਨ। ਤਾਂ ਅਸੀਂ ਦੇਖਿਆ 5 ਤੇ 15 7 5 35। ਤਾਂ ਦੋਨੇ ਸੰਖਿਆਵਾਂ 5 ਦੇ ਪਹਾੜੇ ਵਿੱਚ ਆਉਂਦੀਆਂ ਹਨ। ਤਾਂ ਇਸ ਲਈ ਅਸੀਂ ਦੋਨੇ ਸੰਖਿਆਵਾਂ ਅੰਸ਼ ਅਤੇ ਹਰ ਨੂੰ 5 ਦੇ ਨਾਲ ਭਾਗ ਕਰ ਦੇਣਾ ਹੈ। 15 ਨੂੰ ਵਿੱਚੋਂ 5 ਨਾਲ ਭਾਗ ਕੀਤਾ, 35 ਨੂੰ 5 ਨਾਲ ਭਾਗ ਕੀਤਾ 7। ਤਾਂ ਸਾਡੇ ਕੋਲ ਅਨੁਪਾਤ ਕਿੰਨਾ ਬਣ ਗਿਆ 3:7। ਤਾਂ ਇਸ ਤਰ੍ਹਾਂ ਬੱਚੇ ਅਸੀਂ ਕਹਿ ਸਕਦੇ ਹਾਂ ਜੋ ਕੁੜੀਆਂ ਦੀ ਸੰਖਿਆ ਦਾ ਕੁੱਲ ਵਿਦਿਆਰਥੀਆਂ ਨਾਲ ਅਨੁਪਾਤ ਹੈ ਉਹ ਕਿੰਨਾ ਹੈ 3:7। ਤਾਂ ਪਹਿਲੇ ਸਵਾਲ ਦੇ ਵਿੱਚ ਕੁੜੀਆਂ ਦੀ ਸੰਖਿਆ ਦਾ ਮੁੰਡਿਆਂ ਦੀ ਸੰਖਿਆ ਨਾਲ ਅਨੁਪਾਤ ਸੀਗਾ। ਤਾਂ ਅਸੀਂ ਕੁੜੀਆਂ ਅਤੇ ਮੁੰਡਿਆਂ ਦੀ ਸੰਖਿਆ ਦੀ ਵਰਤੋਂ ਕੀਤੀ ਹੈ। ਇੱਥੇ ਕੁੜੀਆਂ ਦੀ ਸੰਖਿਆ ਦਾ ਕੁੱਲ ਵਿਦਿਆਰਥੀਆਂ ਨਾਲ ਅਨੁਪਾਤ ਸੀ। ਤਾਂ ਅਸੀਂ ਕੁੜੀਆਂ ਅਤੇ ਕੁੱਲ ਵਿਦਿਆਰਥੀਆਂ ਦੀ ਜੋ ਗਿਣਤੀ ਹੈ ਉਸ ਦੀ ਵਰਤੋਂ ਕੀਤੀ ਹੈ ਤੇ ਉਸ ਨੂੰ ਸਰਲ ਕੀਤਾ ਹੈ। ਤਾਂ ਇਸ ਤਰ੍ਹਾਂ ਬੱਚੋ ਅਸੀਂ ਜਿਹੜਾ ਅਨੁਪਾਤ ਆ ਉਹ ਪਤਾ ਕਰਦੇ ਹਾਂ। ਬੱਚੇ ਸਾਡੇ ਕੋਲ ਦੂਸਰਾ ਸਵਾਲ ਹੈ 30 ਵਿਦਿਆਰਥੀਆਂ ਦੀ ਜਮਾਤ ਵਿੱਚ 6 ਫੁੱਟਬਾਲ 12 ਕ੍ਰਿਕਟ ਅਤੇ ਬਾਕੀ ਟੈਨਿਸ ਪਸੰਦ ਕਰਦੇ ਹਨ। ਅਨੁਪਾਤ ਪਤਾ ਕਰੋ ਫੁੱਟਬਾਲ ਪਸੰਦ ਕਰਨ ਵਾਲਿਆਂ ਦਾ ਟੈਨਿਸ ਪਸੰਦ ਕਰਨ ਵਾਲਿਆਂ ਨਾਲ, ਕ੍ਰਿਕਟ ਪ੍ਰੇਮੀਆਂ ਦਾ ਕੁੱਲ ਵਿਦਿਆਰਥੀਆਂ ਦੀ ਸੰਖਿਆ ਨਾਲ। ਤਾਂ ਬੱਚੇ ਇਸ ਸਵਾਲ 'ਚ 2 ਸਵਾਲ ਹਨ। ਤਾਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਫੁੱਟਬਾਲ ਵਾਲੇ ਕਿੰਨੇ ਹਨ, ਟੈਨਿਸ ਵਾਲੇ ਕਿੰਨੇ ਹਨ ਤੇ ਕੁੱਲ ਵਿਦਿਆਰਥੀ ਕਿੰਨੇ ਹਨ। ਇਹਨਾਂ ਦੀ ਆਪਾਂ ਜਿਹੜੀ ਅਲੱਗ-ਅਲੱਗ ਗਿਣਤੀ ਹੈ ਬੱਚੋ ਆਪਾਂ ਲਿਖਦੇ ਹਾਂ। ਤਾਂ ਬੱਚੋ ਪਹਿਲਾਂ ਲਿਖਦੇ ਹਾਂ ਅਸੀਂ ਫੁੱਟਬਾਲ ਪਸੰਦ ਕਰਨ ਵਾਲੇ, ਫੁੱਟਬਾਲ ਪਸੰਦ ਕਰਨ ਵਾਲੇ ਬੱਚੋ ਕਿੰਨੇ ਸਾਡੇ ਕੋਲੇ 6। ਉਸ ਤੋਂ ਬੱਚੋ ਕ੍ਰਿਕਟ ਪਸੰਦ ਕਰਨ ਵਾਲੇ, ਕ੍ਰਿਕਟ ਪਸੰਦ ਕਰਨ ਵਾਲਿਆਂ ਦੀ ਗਿਣਤੀ ਕਿੰਨੀ ਹੈ ਸਾਡੇ ਕੋਲ 12। ਉਸ ਤੋਂ ਬਾਅਦ ਹੈ ਕੁੱਲ ਵਿਦਿਆਰਥੀ। ਤਾਂ ਸਾਡੇ ਕੋਲ ਜੋ ਕੁੱਲ ਵਿਦਿਆਰਥੀ ਹਨ ਉਹ ਬੱਚੇ ਹਨ ਸਾਡੇ ਕੋਲ 30। ਫਿਰ ਅਸੀਂ ਦੇਖਣਾ ਹੈ ਟੈਨਿਸ ਪਸੰਦ ਕਰਨ ਵਾਲੇ, ਟੈਨਿਸ ਪਸੰਦ ਕਰਨ ਵਾਲੀ। ਤਾਂ ਬੱਚੇ ਦੇਖੋ ਸਾਨੂੰ ਜਿਹੜੀ ਇਹ ਗਿਣਤੀ ਆ ਉਹ ਪਤਾ ਨਹੀਂ ਹੈ, ਇਹ ਅਸੀਂ ਜਿਹੜੀ ਪਤਾ ਉਹ ਕਰਨੀ ਹੈ। ਤਾਂ ਬੱਚੋ ਦੇਖੋ ਇਸ ਸਵਾਲ ਦੇ ਵਿੱਚ ਸਾਡੇ ਕੋਲ ਕੁੱਲ ਵਿਦਿਆਰਥੀ ਸਾਨੂੰ ਦਿੱਤੇ ਹੋਏ ਜਮਾਤ ਵਿੱਚ ਕਿੰਨੇ ਆ, ਫੁੱਟਬਾਲ ਕਿੰਨੇ ਖੇਡਦੇ ਹਨ, ਕ੍ਰਿਕਟ ਕਿੰਨੇ ਖੇਡਦੇ ਹਨ। ਤਾਂ ਦੇਖੋ ਜਿਹੜੇ ਬਾਕੀ ਵਿਦਿਆਰਥੀ ਰਹਿ ਗਏ, ਦੇਖੋ ਕੁਝ ਵਿਦਿਆਰਥੀ ਜੋ ਫੁੱਟਬਾਲ ਖੇਡਦੇ ਆ, ਕੁਝ ਵਿਦਿਆਰਥੀ ਜਿਹੜੇ ਕ੍ਰਿਕਟ ਖੇਡਦੇ ਆ। ਤਾਂ ਜਿਹੜੇ ਬਾਕੀ ਵਿਦਿਆਰਥੀ ਰਹਿ ਗਏ ਬੱਚੇ ਉਹ ਖੇਡਣਗੇ ਫਿਰ ਟੈਨਿਸ। ਤਾਂ ਇਸ ਤਰ੍ਹਾਂ ਅਸੀਂ
ਕੁੱਲ ਵਿਦਿਆਰਥੀਆਂ ਦੀ ਸੰਖਿਆ ਦੇ ਵਿੱਚੋਂ ਫੁੱਟਬਾਲ ਅਤੇ ਕ੍ਰਿਕਟ ਖੇਡਣ ਵਾਲਿਆਂ ਦੀ ਗਿਣਤੀ ਨੂੰ ਘਟਾ ਦੇਵਾਂਗੇ ਤਾਂ ਸਾਡੇ ਕੋਲ ਇਸ ਤਰ੍ਹਾਂ ਦੀ ਟੈਨਿਸ ਖੇਡਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਵਿੱਚੋਂ ਸਾਨੂੰ ਪ੍ਰਾਪਤ ਹੋ ਜਾਵੇਗੀ। ਤਾਂ ਆਪਾਂ ਪਤਾ ਕਰਦੇ ਹਾਂ ਟੈਨਿਸ ਪਸੰਦ ਕਰਨ ਵਾਲਿਆਂ ਦੀ ਗਿਣਤੀ। ਤਾਂ ਬੱਚੋ ਉਹ ਕੀ ਆ ਸਾਡੇ ਕੋਲੇ ਕੁੱਲ ਵਿਦਿਆਰਥੀ ਕਿੰਨੇ ਹਨ 30 ਘਟਾਓ ਫੁੱਟਬਾਲ ਪਸੰਦ ਕਰਨ ਵਾਲੇ 6 ਘਟਾਓ ਕ੍ਰਿਕਟ ਪਸੰਦ ਕਰਨ ਵਾਲੇ 12। ਤਾਂ ਬੱਚੋ ਸਾਡੇ ਕੋਲ 30 ਆ ਗਿਆ। ਅਸੀਂ ਇਹਨਾਂ ਦੋਨਾਂ ਜੋੜ ਕੀਤਾ 6 ਤੇ 12 ਬੱਚੋ ਮਾਈਨਸ 18। 30 ਦੇ ਵਿੱਚੋਂ 18 ਕੱਢਦੇ ਹਾਂ ਕਿੰਨਾ ਆ ਜਾਵੇ ਸਾਡੇ ਕੋਲੇ 12। ਤਾਂ ਇਸ ਤਰ੍ਹਾਂ ਬੱਚੋ ਸਾਡੇ ਕੋਲ ਜੋ ਟੈਨਿਸ ਪਸੰਦ ਕਰਨ ਵਾਲੇ ਵਿਦਿਆਰਥੀ ਆ ਉਹਨਾਂ ਦੀ ਗਿਣਤੀ ਵੀ ਸਾਨੂੰ ਪਤਾ ਲੱਗ ਚੁੱਕੀ ਆ ਕਿੰਨੀ ਹੈ ਸਾਡੇ ਕੋਲ ਉਹ 12। ਤਾਂ ਟੈਨਿਸ ਪਸੰਦ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 12 ਹੈ। ਫੁੱਟਬਾਲ ਦੀ ਸਾਨੂੰ ਪਹਿਲਾਂ ਪਤਾ ਸੀ 6 ਹੈ। ਕ੍ਰਿਕਟ ਦੀ ਵੀ ਸਾਨੂੰ ਪਹਿਲਾਂ ਪਤਾ ਸੀ 12 ਹੈ। ਤਾਂ ਹੁਣ ਅਸੀਂ ਸਾਡੇ ਕੋਲ ਜਿਹੜੇ A ਤੇ B ਸਵਾਲ ਹਨ ਬੱਚਿਓ ਇਹਨਾਂ ਦੋਨਾਂ ਸਵਾਲਾਂ ਨੂੰ ਆਪਾਂ ਹੱਲ ਕਰਦੇ ਹਾਂ। ਤਾਂ ਪਹਿਲਾਂ ਸਾਡੇ ਕੋਲ A ਸਵਾਲ ਹੈ। ਤਾਂ ਅਸੀਂ ਫੁੱਟਬਾਲ ਪਸੰਦ ਕਰਨ ਵਾਲਿਆਂ ਦਾ ਅਤੇ ਟੈਨਿਸ ਪਸੰਦ ਕਰਨ ਵਾਲਿਆਂ ਦਾ ਅਨੁਪਾਤ ਵਿਦਿਆਰਥੀਓ ਪਤਾ ਕਰਨਾ ਹੈ। ਤਾਂ ਫੁੱਟਬਾਲ ਪਸੰਦ ਕਰਨ ਵਾਲੇ ਦਾ ਅਨੁਪਾਤ ਕੀ ਨਾ ਬੱਚੋ ਪਤਾ ਕਰਨਾ ਹੈ ਟੈਨਿਸ ਪਸੰਦ ਕਰਨ ਵਾਲਿਆਂ ਦਾ। ਟੈਨਿਸ ਪਸੰਦ ਕਰਨ ਵਾਲੇ तो बच्चों सानू गिनती पता है फुटबॉल कितने पसंद करते हैं 6 अनुपात। टेनिस कितने पसंद करते हैं 12 नहीं सॉरी बच्चों टेनिस कितने पसंद करते हैं 12। तो ये हमारी गिनती देखो क्रिकेट भी 12 है तो टेनिस भी 12 है। तो ये सी टेनिस वाली गिनती लिखनी है 12। तो बच्चों 6/12 असीं पिंड के रूप में लिखा। हुण देखो असीं देखिया अंश तिहार दे विच दोने संख्यावां किस दे पहाड़े ते जा रही हैं 6 दे। तो इस करके असीं अंश तिहार दीआं जिहड़ियां संख्यावां उन्हां नूं 6 नाल भाग करांगे। इहदे विच 6 नाल भाग कीता इहनूं भी 6 नाल भाग कीता। जे बच्चों 6 नूं 6 नाल भाग करांगे 1 आ जाएगा। 12 नूं 6 नाल भाग करांगे 2 आ जाएगा। तो इस तरह असीं कह सकते हैं भी ये साडे कोल अनुपात है फुटबॉल पसंद करने वालों का टेनिस पसंद करने वाला अनुपात कितना है 1:2। तो हम बच्चों का 20 सवाल हल करते हैं। 20 सवाल की है क्रिकेट प्रेमियों का कुल विद्यार्थियों की संख्या नाल अनुपात। तो आप लिखांगे क्रिकेट प्रेमी अनुपात कुल विद्यार्थी अनुपात कुल विद्यार्थी। तो बच्चों क्रिकेट प्रेमी कितने हैं ये सारे कितने हैं 12। कुल विद्यार्थी कितने सारे बच्चों वो कितने हैं 30। तो ये सारे को आ गया असीं भिन्न के रूप लिखा 12/30। तो बच्चों फिर असीं देखना है भी दोनों संख्यावां किस संख्या के पहाड़े ते जा रही हैं यानी कि दोनों संख्यावां किस संख्या नाल भाग हो रही हैं। तो इत्थे भी 6 दूनी 12 6 5 30। तो इस करके असीं दोनों संख्यावां नूं 6 दे नाल जिहड़ा भाग आ वो असीं करना है। बच्चों 12 नूं 6 नाल भाग कीता 2 3 नूं 6 नाल भाग कीता 5। तो इस तरह असीं कह सकते हैं ये साडे कोल अनुपात कितना है 2:5। तो इस तरह बच्चों असीं फुटबॉल पसंद करने वाले ते टेनिस पसंद करने वाले का अनुपात पता कर लिया है 1:2। क्रिकेट प्रेमियों का अनुपात पता कर लिया है कुल विद्यार्थियों की संख्या नाल 2:5। तो इस तरह बच्चों जो सवाल में असीं हल करना है। इत्थे साडे कोल तीसरा सवाल है चित्र नूं देख के अनुपात पता करो। तो बच्चों सानूं इस चित्र दिखाई दे रहा स्क्रीन ते तुहानूं इस चित्र नूं देख के असीं जिहड़े सारे सवाल 3 सवाल साडे कोले ABC बच्चों ये हल करने हैं। पहला है आयत के अंदर सारियां त्रिकोणां की संख्या का चक्कर दी संख्यावां नाल। आयत के अंदर सारे वर्गां की संख्या का सारियां आकृतियां नाल। इस तरह तीसरा सवाल है आयत के अंदर सारे चक्करां का सारियां आकृतियां नाल। तो बच्चों साडे कोले इस आयत दे विच 3 प्रकार दी आकृतियां बणीआं हन। किहड़ियां-किहड़ियां हन त्रिकोण वालियां वर्ग वालियां ते चक्कर वालियां। तो
ਤਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਕੱਲੇ ਕੱਲੇ ਦੀ ਸੰਖਿਆ ਲਿਖਦੇ ਹਾਂ ਵੀ ਕੁੱਲ ਆਕ੍ਰਿਤੀਆਂ ਕਿੰਨੀਆਂ ਹਨ, ਚੱਕਰ ਕਿੰਨੇ ਹਨ, ਵਰਗ ਕਿੰਨੇ ਹਨ, ਤਿਕੋਣਾ ਕਿੰਨੀਆਂ ਹਨ। ਤਾਂ ਉਸ ਤੋਂ ਬਾਅਦ ਅਸੀਂ ਜਿਹੜੇ ਸਵਾਲ ਆ ਬੱਚੇ ਇਹ ਹੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੀ ਸੰਖਿਆ ਲਿਖਦੇ ਹਾਂ। ਪਹਿਲਾਂ ਅਸੀਂ ਲਿਖਦੇ ਹਾਂ ਤਿਕੋਣਾ ਦੀ ਸੰਖਿਆ। ਤਿਕੋਣਾ ਦੀ ਸੰਖਿਆ। ਤਾਂ ਬੱਚੇ ਹੁਣ ਸਾਡੇ ਕੋਲ ਕਿੰਨੀਆਂ ਤਿਕੋਣਾ ਹਨ? 1 2 3। ਤਾਂ ਸਾਡੇ ਕੋਲ ਐ ਦੇ ਵਿੱਚ 3 ਤਿਕੋਣਾ ਬਣੀਆਂ ਹਨ। ਫਿਰ ਅਸੀਂ ਲਿਖਦੇ ਹਾਂ ਵਰਗਾਂ ਦੀ ਸੰਖਿਆ। ਵਰਗਾਂ ਦੀ ਸੰਖਿਆ। ਬੱਚੇ ਵਰਗ ਕਿੰਨੇ ਹਨ? 1 2। ਤੁਹਾਨੂੰ ਦਿਖਾਈ ਦੇ ਰਿਹਾ, ਦੇਖੋ 1 2। ਤਾਂ ਵਰਗਾਂ ਦੀ ਕਿੰਨੀ ਸੰਖਿਆ ਹੈ? 2। ਚੱਕਰਾਂ ਦੀ ਸੰਖਿਆ। ਚੱਕਰਾਂ ਦੀ ਸੰਖਿਆ। ਬੱਚੇ ਚੱਕਰ ਕਿੰਨੇ ਹਨ? ਦੇਖੋ 1 2। ਚੱਕਰਾਂ ਦੀ ਸੰਖਿਆ 2। ਕੁੱਲ ਆਕ੍ਰਿਤੀਆਂ। ਕੁੱਲ आकृतियां दी संख्या। बच्चों कुल आकृतियां देखो त्रिकोण 3 हैं, वर्ग 2 हैं, 3 ते 2 5, चक्कर 2 हैं, 5 ते 2 7। तो साडे कोल कुल आकृतियां कितनियां हैं? 7। तो असीं इसनूं इत्थे गिण सकदे, देखो 1 2 3 4 5 6 7। तो इस तरह साडे कोल कुल आकृतियां हैं बच्चे वो 7 हैं। तो इस तरह बच्चों असीं कल्ली कल्ली त्रिकोण वर्ग चक्कर या कुल आकृतियां की संख्या लिख ली है। तो हुण असीं जिहड़े सवाल आ हल करते हैं। पहला साडे कोल है ए सवाल। तो बच्चे देखो ए सवाल दे विच की है? आयत के अंदर सारियां त्रिकोणां की संख्या का चक्कर दीयां संख्यावां दे नाल। तो बच्चों फिर असीं अनुपात किहदा पता करना है? त्रिकोणां की संख्या का किहदे नाल? चक्कर दीयां संख्यावां नाल। यानी कि त्रिकोणां की संख्या ਅਤੇ ਚੱਕਰ ਦੀਆਂ ਸੰਖਿਆਵਾਂ ਦਾ ਅਸੀਂ ਅਨੁਪਾਤ ਪਤਾ ਕਰਨਾ ਹੈ। ਬੱਚੇ ਲਿਖਦੇ ਹਾਂ ਆਪਾਂ त्रिकोणां ਦੀ ਸੰਖਿਆ ਅਨੁਪਾਤ ਚੱਕਰਾਂ ਦੀ ਸੰਖਿਆ। ਜਾਂ ਆਪਾਂ ਕਹਿ ਸਕਦੇ ਹਾਂ ਚੱਕਰਾਂ ਦੀਆਂ ਸੰਖਿਆਵਾਂ, ਯਾਨੀ ਕਿ ਚੱਕਰਾਂ ਦੀਆਂ ਕੁੱਲ ਗਿਣਤੀਆਂ किन्नियां हैं, यानी कि चक्रां की कुल गिनती कितनी है, किन्नियां संख्यावां हैं। तो बच्चों सानू देखो त्रिकोणां की संख्या कितनी है? असीं लिखी है 3। अनुपात चक्रां की संख्या कितनी है? 2। हुण देखो बच्चों असीं भिन्न रूप लिख के देखते हैं भी की साडे कोले अंश ते हर दे विच कोई इहो जी संख्या है जिहड़ी इन्हां दोनों संख्यावां नूं भाग करदी होवे। तो बच्चे देखो एक नूं छड्ड के कोई भी संख्या इन्हां नूं भाग नहीं करती। देखो 3 ਅਤੇ 2 ਦੇ ਵਿੱਚ किसी भी संख्या का जिहड़ा पहाड़ा वो साझा नहीं है। इस करके असीं 3 ਅਤੇ 2 संख्या नूं एक तो बगैर होर किसी भी संख्या नाल जिहड़ा भाग आ वो नहीं कर सकते। यानी साडे कोल अनुपात कितना रहेगा फिर? 3 अनुपात 2। यानी कि फिर इसका आंसर की है? त्रिकोणां की संख्या ते चक्करां की संख्या का अनुपात 3 अनुपात 2। हम बच्चों को 20 सवाल देखते हैं। हमारे को 20 सवाल है आयत के अंदर सारे वर्गों की संख्या का, सारे वर्ग यानी कि कुल वर्ग उसकी संख्या का सारिया आकृतियां दे नाल भी कुल आकृतियां कितनियां हैं उन्हां सारिया आकृतियां नाल असीं अनुपात पता करना है। तो बच्चों को लिखांगे वर्गों की संख्या अनुपात सारी आकृतियां यानी कि कुल आकृतियां। बच्चों कुल आकृतियां की संख्या सारियां आकृतियां की संख्या। तो बच्चों सानू पता है वर्गों की संख्या कितनी है? 2। वर्गों की संख्या कितनी है? 2। यानी कि कुल आकृतियों की संख्या कितनी है? 7। 2 अनुपात 7।
ਤਾਂ ਬੱਚਿਓ ਅਸੀਂ ਭਿੰਨ ਦੇ ਰੂਪ ਵਿੱਚ ਲਿਖਿਆ। ਤਾਂ ਦੇਖੋ ਬੱਚਿਓ ਅਸੀਂ ਜਦੋਂ ਅਨੁਪਾਤ ਲਿਖਦੇ ਹਾਂ ਉਸਨੂੰ ਭਿੰਨ ਦੇ ਰੂਪ ਵਿੱਚ ਕਿਉਂ ਲਿਖਦੇ ਹਾਂ? ਅਸੀਂ ਭਿੰਨ ਦੇ ਰੂਪ ਵਿੱਚ ਲਿਖ ਕੇ ਇਹ ਦੇਖਦੇ ਹਾਂ ਵੀ ਕੀ ਅੰਸ਼ ਅਤੇ ਹਰ ਦੇ ਵਿੱਚ ਕੋਈ ਇਹੋ ਜਿਹੀ ਸੰਖਿਆ ਹੈ ਜਿਹੜੀ ਇਹਨਾਂ ਦੋਨਾਂ ਸੰਖਿਆਵਾਂ ਨੂੰ ਭਾਗ ਕਰਦੀ ਹੋਵੇ। ਜਿਸ ਤਰ੍ਹਾਂ ਅਸੀਂ ਪਹਿਲਾਂ ਕੀਤਾ ਸੀਗਾ ਵੀ ਜੇਕਰ ਇਹਨਾਂ ਦੋਨਾਂ ਸੰਖਿਆਵਾਂ ਨੂੰ ਕੋਈ ਸੰਖਿਆ ਭਾਗ ਕਰ ਰਹੀ ਹੋਵੇ ਤਾਂ ਅਸੀਂ ਉਸ ਨਾਲ ਇਸ ਨੂੰ ਭਾਗ ਕਰਨਾ ਹੈ, ਫਿਰ ਹੀ ਸਵਾਲ ਨੂੰ ਅੱਗੇ ਹੱਲ ਕਰਨਾ ਹੈ। ਤਾਂ ਇਸ ਤਰ੍ਹਾਂ ਸਾਡੇ ਕੋਲ ਆ ਗਿਆ ਇਹ 2:7, ਕਿਉਂਕਿ 2 ਅਤੇ 7 ਦੇ ਵਿੱਚ ਕੋਈ ਵੀ ਸੰਖਿਆ ਇਹੋ ਜਿਹੀ ਨਹੀਂ ਜਿਹੜੀ ਦੋਨਾਂ ਨੂੰ ਭਾਗ ਕਰਦੀ ਹੋਵੇ। ਤਾਂ ਹੁਣ ਬੱਚਿਓ ਆਪਾਂ ਜਿਹੜਾ ਸੀ ਸਵਾਲ ਆ ਉਹ ਹੱਲ ਕਰਦੇ ਹਾਂ। ਤਾਂ ਬੱਚਿਓ ਸੀ ਸਵਾਲ ਕਿਹੜੇ ਕੋਲ ਐਤ ਦੇ ਅੰਦਰ ਸਾਰੇ ਚੱਕਰਾਂ ਦਾ ਸਾਰੀਆਂ ਆਕ੍ਰਿਤੀਆਂ ਨਾਲ। ਤਾਂ ਬੱਚਿਓ ਦੇਖੋ ਅਸੀਂ ਜਿਹੜਾ ਇਹ ਸਵਾਲ ਇੱਥੋਂ ਮਿਟਾ ਦਿੰਦੇ ਹਾਂ ਤੇ ਬੀ ਵੀ ਮਿਟਾਉਂਦੇ ਹਾਂ। ਦੇਖੋ ਕਿਉਂਕਿ ਸਾਡੇ ਕੋਲ ਥਾਂ ਘੱਟ ਹੈ ਤਾਂ ਆਪਾਂ ਇੱਥੇ ਇਸ ਨੂੰ ਸੀ ਸਵਾਲ ਲਿਖਦੇ ਹਾਂ। ਐਤ ਦੇ ਅੰਦਰ ਸਾਰੇ ਚੱਕਰਾਂ ਦਾ, ਸਾਰੇ ਚੱਕਰਾਂ ਦਾ ਯਾਨੀ ਕਿ ਸਾਰੇ ਚੱਕਰਾਂ ਦੀ ਸੰਖਿਆ, ਸਾਰੇ ਚੱਕਰਾਂ ਦੀ ਸੰਖਿਆ ਦਾ ਅਨੁਪਾਤ ਬੱਚੋ ਕਿਹਨੂੰ ਪਤਾ ਕਰਨਾ ਹੈ? ਸਾਰੀਆਂ ਆਕ੍ਰਿਤੀਆਂ ਦੇ ਨਾਲ। ਤਾਂ ਪਹਿਲਾਂ ਉਹੀ ਕੁੱਲ ਆਕ੍ਰਿਤੀਆਂ, ਸਾਰੀਆਂ ਆਕ੍ਰਿਤੀਆਂ ਦੀ ਸੰਖਿਆ। ਤਾਂ ਬੱਚੋ ਸਾਰੇ ਚੱਕਰਾਂ ਦੀ ਸੰਖਿਆ ਕਿੰਨੀ ਸਾਡੇ ਕੋਲ? 2। ਸਾਰੀਆਂ ਆਕ੍ਰਿਤੀਆਂ ਦੀ ਸੰਖਿਆ ਕਿੰਨੀ ਹੈ? 7, यानी कि कुल आकृतियां की संख्या। तो बच्चों असी इस भी जो भिन्न रूप लिखा तो साढ़े को इन्हों भी कोई संख्या यहो जी नहीं जी दोनों भाग करती हो एक तो बगैर, क्योंकि एक जी संख्या होंगी बच्चों हर एक संख्या को भाग करती है। तो इसका अनुपात भी कितना जाएगा? 2:7। तो इस तरह बच्चों असी जो सवाल आ वो हल ये करने सन। उपसम है चौथा सवाल है हामिद अते अख्तर ने एक घंटे विच क्रमवार 6 किलोमीटर ਅਤੇ 12 किलोमीटर की दूरी तय की। हामिद ਅਤੇ अख्तर की चाल का अनुपात पता करो। तो बच्चों सवाल लिखना है सानू दिती है दूरी भी 1 किलोमीटर 1 घंटे के विच हामिद ਅਤੇ अख्तर कितनी दूरी तय करते हैं। असी जो अनुपात पता करना है वो चाल का अनुपात जो अनुपात पता वो करना है। तो इस वास्ते सानू पहला हामिद ਅਤੇ अख्तर दोनों की चाल पता करनी पैनी है। तो बच्चों आप देखते हैं भी चाल का सूत्र की होंदा है? चाल का सूत्र की होंदा है? दूरी बटा समा। तो जिन्नी दूरी लगी असीं जेकर उस जिन्नी दूरी तय की जिन्ने समय दे विच तां उत्थों असीं जिहड़ी चाल आ पता कर सकते हैं। तो पहला बच्चों असीं देखते हैं चाल का सूत्र। चाल का सूत्र तो असीं किस तरह चाल पता करते हैं? तय की दूरी बटे लग्या समा। लग्या समा का भाव जिन्नी दूरी तय कर ली कितना समा लग्या। जिस तरह 6 किलोमीटर दूरी तय की 1 घंटा लग्या, 12 किलोमीटर दूरी तय की 1 घंटा लग्या, क्योंकि दोनों अलग अलग हैं। तो उन्होंने जी 1 घंटे में जी तय की दूरी है वो बच्चों अलग अलग है। तो इतों असी चाल का सूत्र की वरतों करके हामिद ਅਤੇ अख्तर की पहला चाल पता कर लवांगे तो फिर असी उन्होंने का जिहड़ा अनुपात आ वो पता करांगे। देखो पहला आप लिखते हैं समा साडे कोल समा कितना है? समा साडे कोले 1 घंटा है। ठीक है बच्चों। हामिद द्वारा तय की दूरी कितनी है? 6 किलोमीटर। इसी तरह अख्तर द्वारा तय की दूरी साढ़े को 12 किलोमीटर। तो बच्चों आप हम इस तो दोनों हामिद और अख्तर की चाल पता करते हैं। तो पहला असी पता करते हैं हामिद की चाल। बच्चों चाल पे हम तय की दूरी बटे लग्या समा। तो हामिद ने दूरी कितनी तय की है? 6 किलोमीटर।
ਸਮਾਂ ਕਿੰਨਾ ਲਿਆ ਬੱਚੋ 1 ਘੰਟਾ, ਦੋਨੋਂ ਦਾ ਕਿੰਨਾ ਹੈ 1 ਘੰਟਾ, ਅਸੀਂ 1 ਲਿਖਾਂਗੇ। ਤਾਂ ਇਹ ਸਾਡੇ ਤੋਂ ਬਣ ਗਿਆ 6/1 6 किलोमीटर प्रति घंटा। फिर बच्चों पता करते हैं अख्तर दी चाल। बच्चों अख्तर ने कितनी दूरी तय की है 12 किलोमीटर, तो असीं 12 लिखा है। समा कितना लगे है 1 घंटा, तो अख्तर द्वारा भी जो समा हो 1 घंटा ही लगे है 12/1। तो सालों कितना आ गया 12 किलोमीटर प्रति घंटा। तो इस तरह बच्चों असीं हामिद और अख्तर की चाल पता कर ली है। देखो जो दोनों ही चाल सानूं पता लग गई है, अनुपात असीं बहुत ही सौखे हैं असीं उसे पता कर सकते हैं, क्योंकि असीं हामिद और अख्तर की चाल का अनुपात पता करना है। तो आपां आएगा हामिद की चाल, हामिद दी चाल अनुपात अख्तर दी चाल। तो बच्चों हामिद की चाल कितनी है 6, अख्तर की चाल कितनी है 12। यानी हामिद की चाल 6 किलोमीटर प्रति घंटा, अख्तर की चाल 12 किलोमीटर प्रति घंटा। तो बच्चे हुण आपां काच लिखिया पेन दे रूप में। हुण आपां देखना भी 6 ते 12 नूं कि इहो जी संख्या है जिहड़ी दोनों नूं भाग करदी होवे। तो सानूं पता 6 गुण 6 6 दूनी 12, यानी कि 6 ते 12 नूं जिहड़ी 6 संख्या हैगी ओह भाग कर रही है। तो इस करके असीं 6 ਅਤੇ 12 दोनों नूं 6 दे नाल भाग करांगे। तो बच्चों 6 नूं 6 नाल भाग कीता 1, 12 नूं 6 नाल भाग कीता 2। तो असीं फिर अनुपात किवें लिख सकते हैं 1/2। तो इस तरह बच्चों हामिद की चाल ਅਤੇ अख्तर की चाल का अनुपात कितना आ गया 1/2। तो बच्चों आप देखो एक सवाल ये नोट करने चीज़ है, क्योंकि दोनों की दूरी जी तय की 6 किलोमीटर से 12 किलोमीटर से, तो उन्होंने चाल भी 6 ते 12 किलोमीटर प्रति घंटा ही आई है। तो ये बच्चों क्यों आई है, क्योंकि साढ़े को जो समा है वो कितना है 1 घंटा सी। जेकर सानूं सवाल दे विच समा इत्थे 1 घंटे तो वध जां घट हुंदा तो दोनों की चाल दूरी नालों अलग अलग आउंदी। इस गल का पूरा ध्यान रखना है, जिहड़ी चाल आ वो दूरी नालों अलग हुंदी है, तो बराबर उहदी हुंदी है दूरी ते चाल जो समा साडे कोले 1 घंटा दिता गया है या इस तरह। तो इस तरह बच्चों असीं जिहड़ी चाल आ वो पता करनी है पहला इस सूत्र नाल, फिर उन्हां दा अनुपात पता करना है। सिर्फ असीं ये नहीं देखना भी चाल ते दूरी विच कोई फर्क नहीं है। तो चाल ते दूरी विच फर्क हुंदा है, वो समय ते निर्भर करता है भी समा किस प्रकार का है, तो उस हिसाब नाल जिहड़ी चाल आ वो आउंदी है। तो इस तरह असीं जिहड़ी दोनों की चाल 1/2 पता कर ली है। तो बच्चों उम्मीद है अज असीं अभ्यास 12.1 दे विचों कुछ सवाल हल कीते। तो इस अभ्यास दे विच कुछ सवाल होर भी हैं, वो भी तुसीं अपने आप हल करने की कोशिश करना। उम्मीद है तुहानूं जिहड़ा अज दा लैक्चर है समझ आ गया होणागा। फिर मिलांगे, धन्नवाद।